ਕਿਸੇ ਪਿੰਡ ਵਿੱਚ ਇੱਕ ਸਿੱਧੂ ਕੁੱਲ ਦਾ ਇੱਕ ਜੱਟ ਰਹਿੰਦਾ ਸੀ। ਗੋਤ ਜਿਹਦੀ ਸੀ ਭੁੱਲਰੀਏ। ਉਸ ਜੱਟ ਦਾ ਨਾਮ ਇਤਿਹਾਸ ਵਿੱਚ ਭਾਈ ਆਦਮ ਕਰਕੇ ਆਉਂਦਾ ਹੈ। ਉਹਨਾਂ ਦੇ ਘਰ ਕੋਈ ਸੰਤਾਨ ਪੈਦਾ ਨਹੀਂ ਸੀ ਹੋਈ, ਕੋਈ ਧੀ ਪੁੱਤਰ ਵਗੈਰਾ ਨਹੀਂ ਸੀ ਉਹਨਾਂ ਦੇ ਘਰੇ। ਖੇਤੀ ਦੀ ਕਾਰ ਕਰਕੇ ਆਪਣੇ ਪਰਿਵਾਰ ਦਾ ਨਿਰਵਾਹ ਕਰਦਾ ਸੀ, ਪਰ ਮਨ ਵਿੱਚ ਚਿੱਤ ਵਿੱਚ ਹਰ ਵੇਲੇ ਆਪਣੇ ਵੰਸ਼ ਵਿੱਚ ਆਪਣੇ ਪੁੱਤਰ ਬਾਰੇ ਸੋਚਦਾ ਰਹਿੰਦਾ। ਅਜਿਹੀਆਂ ਹੀ ਸੋਚਾਂ ਵਿੱਚ ਬਹੁਤ ਸਮਾਂ ਬੀਤ ਗਿਆ। ਇਸ ਤਰ੍ਹਾਂ ਨਾਲ ਕਈ ਸਾਲ ਬੀਤ ਗਏ, ਪਰ ਸੁੱਖ ਦੇਣ ਵਾਲੀ ਸੰਤਾਨ ਪੈਦਾ ਨਾ ਹੋਈ। ਕੋਈ ਬੱਚਾ ਪੈਦਾ ਨਾ ਹੋਇਆ। ਸਭ ਪੀਰਾਂ ਫਕੀਰਾਂ ਦੀ ਬੜੇ ਪਿਆਰ ਨਾਲ ਸੇਵਾ ਕਰਦਾ ਰਿਹਾ। ਬਹੁਤ ਲੰਬੇ ਸਮੇਂ ਤੱਕ ਸਾਧਾਂ ਸੰਤਾਂ ਦੀ ਸੇਵਾ ਕੀਤੀ ਸੰਤਾਨ ਦੀ ਅਭਿਲਾਖਾ ਕਰਕੇ, ਪਰ ਹਲੇ ਵੀ ਕਿਸੇ ਥਾਂ ਤੋਂ ਪ੍ਰਾਪਤ ਨਾ ਹੋਈ। ਸੋ ਇਸ ਲਈ ਆਪਣੇ ਚਿੱਤ ਵਿੱਚ ਬਹੁਤ ਚਿੰਤਾ ਕਰਦਾ ਰਹਿੰਦਾ ਸੀ, ਸੋਚਦਾ ਰਹਿੰਦਾ ਸੀ। ਹੁਣ ਇੱਕ ਦਿਨ ਉਸ ਨੂੰ ਇੱਕ ਗੁਰੂ ਕਾ ਸਿੱਖ ਮਿਲਿਆ। ਉਸ ਭਾਈ ਆਦਮ ਨੇ ਪਹਿਲਾਂ ਵੀ ਗੁਰੂ ਜੀ ਬਾਰੇ ਸੁਣ ਰੱਖਿਆ ਸੀ। ਗੁਰੂ ਨਾਨਕ ਦੇ ਘਰ ਦੀ ਮਹਿਮਾ ਉਸਨੇ ਪਹਿਲਾਂ ਵੀ ਸੁਣ ਰੱਖੀ ਸੀ। ਸੋ ਇਸ ਲਈ ਉਸਨੇ ਉਸ ਸਿੱਖ ਨੂੰ ਆਪਣੇ ਦਿਲ ਦੀ, ਆਪਣੇ ਮਨ ਦੀ ਇੱਛਾ ਦੱਸਣੀ ਕੀਤੀ। ਤਾਂ ਉਸ ਸਿੱਖ ਨੇ ਕਿਹਾ, ਗੁਰੂ ਨਾਨਕ ਦੇਵ ਜੀ ਇਸ ਦੁਨੀਆ ਵਿੱਚ ਅਵਤਾਰ ਹੋਏ ਨੇ। ਨਿਰੰਕਾਰ ਨੇ ਆਪ ਸਰੂਪ ਧਾਰਨ ਕੀਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਜੀ ਹੋਏ ਹਨ, ਫਿਰ ਗੁਰੂ ਅਮਰਦਾਸ ਮਹਾਰਾਜ ਜੀ, ਅਤੇ ਹੁਣ ਉਹਨਾਂ ਦੇ ਸਥਾਨ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਸੁਭਾਇਮਾਨ ਹਨ। ਉਹ ਸਭ ਦੇ ਕਾਰਜ ਪੂਰਦੇ ਹਨ। ਹੁਣ ਜਾ ਕੇ ਉਹਨਾਂ ਦੀ ਸੇਵਾ ਕਰੋ, ਪੁੱਤਰ ਦੀ ਕਾਮਨਾ ਉਹਨਾਂ ਪਾਸੋਂ ਪੂਰੀ ਹੋਵੇਗੀ। ਉਹ ਸਿੱਖ ਨੇ ਭਾਈ ਆਦਮ ਨੂੰ ਇਸ ਤਰ੍ਹਾਂ ਕਿਹਾ। ਸੋ ਆਦਮ ਜੱਟ ਪੁੱਤਰ ਦੀ ਇੱਛਾ ਧਾਰਨ ਕਰਕੇ, ਪਰ ਹੁਣ ਉਸ ਦੀ ਅਵਸਥਾ ਵੀ ਕਾਫੀ ਉਮਰ ਵਾਲੀ ਹੋ ਚੁੱਕੀ, ਬਿਰਧ ਅਵਸਥਾ। ਇਹ ਸੋਚਣ ਲੱਗਾ ਕਿ ਸੁੱਕੇ ਰੁੱਖ ਨੂੰ ਫਲ ਕਿਵੇਂ ਲੱਗ ਸਕਦੇ ਹਨ। ਇਸ ਤਰ੍ਹਾਂ ਵਿਚਾਰ ਕਰਕੇ ਮਨ ਵਿੱਚ ਸੰਸ਼ਾ ਪੈਦਾ ਹੋ ਗਿਆ, ਪਰ ਚਿੱਤ ਵਿੱਚ ਇਹ ਵੀ ਗੱਲ ਪੱਕੀ ਕੀਤੀ, ਗੁਰੂ ਜੀ ਦੀ ਮਹਿਮਾ ਅਪਾਰ ਹੈ। ਚਲੋ ਕੋਈ ਗੱਲ ਨਹੀਂ, ਜੇਕਰ ਪੁੱਤਰ ਦੀ ਪ੍ਰਾਪਤੀ ਨਾ ਵੀ ਹੋਈ ਵੀ ਤਾਂ ਵੀ ਸੇਵਾ ਕਰਕੇ ਘੱਟੋ ਘੱਟ ਪ੍ਰਲੋਕ ਵਿੱਚ ਤਾਂ ਚੰਗੀ ਗਤ ਪ੍ਰਾਪਤ ਕਰੀਏ। ਇਸ ਤਰ੍ਹਾਂ ਦਾ ਵਿਚਾਰ ਬਣਾ ਕੇ ਆਪਣੇ ਮਨ ਵਿੱਚ ਆਪਣੀ ਪਤਨੀ ਨੂੰ ਨਾਲ ਲੈ ਕੇ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਚੱਲ ਪਿਆ ਘਰੋਂ। ਕੁਝ ਹੀ ਦਿਨਾਂ ਬਾਅਦ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਨਮਸਕਾਰ ਕੀਤੀ, ਬੇਨਤੀ ਕੀਤੀ, ਵੰਦਨਾ ਕੀਤੀ, ਨਮਸਕਾਰ ਕੀਤੀ ਅਤੇ ਗੁਰੂ ਘਰ ਵਿੱਚ ਹੀ ਆਪਣਾ ਕਿਤੇ ਠਿਕਾਣਾ ਕਰ ਲਿਆ ਰਹਿਣ ਦਾ, ਥੋੜਾ ਸਾਈਡ ਤੇ। ਭਾਈ ਆਦਮ ਨੇ ਇਹ ਸੇਵਾ ਸ਼ੁਰੂ ਕੀਤੀ। ਜੰਗਲ ਵਿੱਚ ਜਾ ਕੇ ਸੁੱਕੀਆਂ ਲੱਕੜਾਂ ਦੀਆਂ 2 ਪੰਡਾਂ ਲਿਆਉਂਦਾ ਸੀ। ਇੱਕ ਪੰਡ ਤਾਂ ਆਪਣੇ ਰਹਿਣ ਵਾਲੇ ਟਿਕਾਣੇ ਵਿੱਚ, ਜਿੱਥੇ ਇਹਨਾਂ ਨੇ ਰਿਹਾਇਸ਼ ਕੀਤੀ ਸੀ, ਉੱਥੇ ਰੱਖ ਲੈਂਦਾ ਸੀ, ਅਤੇ ਇੱਕ ਪੰਡ ਜਿੱਥੇ ਗੁਰੂ ਦੇ ਲੰਗਰ ਚੱਲਦੇ ਸਨ, ਕਿਉਂ ਪਹਿਲਾਂ ਗੈਸ ਵਗੈਰਾ ਤਾਂ ਕੋਈ ਹੁੰਦਾ ਨਹੀਂ ਸੀ, ਇਸ ਲਈ ਲੱਕੜਾਂ ਦੀ ਅੱਗ ਨਾਲ ਹੀ ਲੰਗਰ ਵਗੈਰਾ ਬਣਦੇ ਸਨ। ਪਿੰਡਾਂ ਵਿੱਚ ਅੱਜ ਕੱਲ੍ਹ ਵੀ ਬਣਦੇ ਹਨ। ਸੋ ਇੱਕ ਉਹ ਬੰਡਲ, ਇੱਕ ਪੰਡ ਘਰੇ ਰੱਖ ਲੈਂਦਾ ਤੇ ਦੂਸਰੀ ਗੁਰੂ ਕੇ ਲੰਗਰਾਂ ਵਿੱਚ ਸੇਵਾ ਵਜੋਂ ਦੇ ਦਿੰਦਾ ਸੀ। ਇਹ ਉਸ ਦਾ ਨਿੱਤ ਕਰਮ ਸੀ, ਹਰ ਰੋਜ਼ ਹੀ ਇਸ ਤਰ੍ਹਾਂ ਕਰਦਾ। ਹੋਰ ਭੋਜਨ ਵੀ ਲੰਗਰ ਵਿੱਚੋਂ ਨਹੀਂ ਸਕਦਾ ਸੀ, ਭੋਜਨ ਵੀ ਆਪਣੇ ਘਰ ਹੀ ਕਰਕੇ ਆਉਂਦਾ ਸੀ। ਬਸ ਇੱਕ ਸੇਵਾ ਭਾਵ ਵਜੋਂ ਲੱਕੜਾਂ ਦੀ ਪੰਡ ਲੰਗਰ ਵਿੱਚ ਦੇ ਦਿੰਦਾ ਅਤੇ ਲੰਗਰ ਆਪਣੇ ਘਰ ਛਕ ਕੇ ਦੂਸਰੇ ਦਿਨ ਫਿਰ ਨਿੱਤ ਕਾਰ ਇਹੀ ਕਰਦਾ। ਇਸ ਤਰ੍ਹਾਂ ਕਰਦਿਆਂ ਕਰੀਬਨ ਉਸ ਨੂੰ 6-7 ਮਹੀਨੇ ਉੱਥੇ ਬਤੀਤ ਕੀਤੇ। 6-7 ਮਹੀਨੇ ਹੋ ਗਿਆ ਗੁਰੂ ਦੀ ਸੇਵਾ ਕਰਦਿਆਂ। ਸਮਾਂ ਬਦਲਣ ਨਾਲ, ਮੌਸਮ ਬਦਲਣ ਨਾਲ ਹੌਲੀ ਹੌਲੀ ਠੰਡ ਦਾ ਮੌਸਮ ਆ ਗਿਆ। ਇੱਕ ਦਿਨ ਕੀ ਹੋਇਆ, ਭਾਰੀ ਬਾਰਿਸ਼ ਸ਼ੁਰੂ ਹੋਈ, ਠੰਡ ਵੀ ਬਹੁਤ ਵੱਧ ਗਈ। ਜਿੰਨੀਆਂ ਲੱਕੜਾਂ ਸਨ ਉਹ ਸਭ ਗਿੱਲੀਆਂ ਹੋ ਗਈਆਂ ਬਾਰਿਸ਼ ਕਰਕੇ। ਸੋ ਸਿੱਖ ਸੰਗਤਾਂ ਨੂੰ ਠੰਡ ਵਿੱਚ ਲੱਕੜ ਕਿਤੋਂ ਵੀ ਸੁੱਕੀ ਨਾ ਮਿਲੀ। ਠਰ ਕਰਦੇ ਠੰਡ ਵਿੱਚ ਇੱਧਰੋਂ ਉੱਧਰੋਂ ਲੱਕੜਾਂ ਲੱਭਣ ਲੱਗੇ। ਜਦੋਂ ਇਸ ਗੱਲ ਦਾ ਭਾਈ ਆਦਮ ਜੀ ਨੂੰ ਪਤਾ ਲੱਗਿਆ ਕਿ ਗੁਰੂ ਘਰ ਵਿੱਚ ਲੱਕੜਾਂ ਨਹੀਂ ਮਿਲ ਰਹੀਆਂ ਕਿਸੇ ਪਾਸੋਂ ਤੇ ਸੰਗਤ ਠੰਡ ਕਰਕੇ ਕੰਬ ਰਹੀ ਹੈ, ਸੋ ਉਸਨੇ ਝੱਟ ਹੀ ਦੇਰ ਨਹੀਂ ਕੀਤੀ। ਜਿਹੜੀਆਂ ਪਿੰਡਾਂ ਆਪਣੇ ਘਰ ਵਿੱਚ ਜਮ੍ਹਾਂ ਕੀਤੀਆਂ ਹੋਈਆਂ ਸਨ ਸੁੱਕੀਆਂ ਲੱਕੜਾਂ, ਉਸ ਨੂੰ ਚੁੱਕ ਕੇ ਸੰਗਤਾਂ ਨੂੰ ਦੇ ਦਿੱਤੀਆਂ। ਸਾਰੇ ਡੇਰਿਆਂ ਵਿੱਚ ਫਿਰ ਤੋਂ ਗਿੱਠੀਆਂ ਜਲ ਗਈਆਂ, ਅੱਗ ਜਲ ਗਈ। ਅੱਗ ਜਲਣ ਕਰਕੇ ਸੰਗਤਾਂ ਦਾ ਪਾਲਾ ਦੂਰ ਹੋ ਗਿਆ। ਸਾਰੀ ਸੰਗਤ ਬਹੁਤ ਪ੍ਰਸੰਨ ਹੋਈ। ਗੁਰੂ ਜੀ ਵੀ ਇਹ ਸਭ ਕੁਝ ਵੇਖ ਕੇ ਬੜੇ ਪ੍ਰਸੰਨ ਹੋਏ ਕਿ ਸਭ ਸੰਗਤਾਂ ਦਾ ਠੰਡ ਦੂਰ ਹੋ ਗਈ ਹੈ। ਸਾਰੇ ਬੜਾ ਪ੍ਰਕਾਸ਼ ਹੋ ਰਿਹਾ ਸੀ। ਗੁਰੂ ਜੀ ਨੇ ਆਪਣੇ ਮਨ ਵਿੱਚ ਇਹ ਸੋਚਿਆ ਕਿ ਇੰਨਾ ਬਾਲਣ ਇਹਨਾਂ ਨੂੰ ਸੰਗਤ ਨੂੰ ਕਿੱਥੋਂ ਮਿਲਿਆ। ਇੱਥੇ ਤਾਂ ਨੇੜੇ ਤੇੜੇ ਕੋਈ ਸਥਾਨ ਵੀ ਨਹੀਂ ਹੈ ਕਿਤੋਂ, ਇਹਨਾਂ ਨੂੰ ਇੰਨਾ ਬਾਲਣ ਕਿਸ ਨੇ ਦੇ ਦਿੱਤਾ ਹੈ। ਦੂਸਰੇ ਦਿਨ ਜਦ ਸਵੇਰ ਹੋਈ, ਸਭਾ ਲੱਗੀ, ਸਾਰੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ, ਤਾਂ ਗੁਰੂ ਰਾਮਦਾਸ ਜੀ ਨੇ ਉਹੀ ਰਾਤ ਵਾਲੀ ਗੱਲ ਬਾਰੇ ਪੁੱਛਿਆ। ਭਾਈ ਰਾਤ ਠੰਡ ਸੀ, ਲੱਕੜਾਂ ਸੁੱਕੀਆਂ ਸਾਰਿਆਂ ਨੂੰ ਕਿੱਥੋਂ ਮਿਲੀਆਂ, ਇਹ ਮਹਾਨ ਸੇਵਾ ਕਿਸ ਨੇ ਕੀਤੀ। ਤਾਂ ਗੁਰੂ ਜੀ ਪਾਸ ਇੱਕ ਰਸੋਈਆ ਸੇਵਕ, ਰਸੋਈਆ ਸਿੱਖ ਖੜਾ ਸੀ, ਜੋ ਰਸੋਈ ਦੇ ਵਿੱਚ ਕੰਮ ਕਰਦਾ, ਲੰਗਰ ਦੇ ਵਿੱਚ ਖਾਣਾ ਪਾਣੀ ਪਕਾਉਣ ਦਾ। ਉਸ ਸਮੇਂ ਉਸਨੇ ਦੱਸਣਾ ਕੀਤਾ ਕਿ ਮਹਾਰਾਜ, ਕੋਈ ਆਦਮ ਨਾਂ ਦਾ ਇਨਸਾਨ ਕਾਫੀ ਲੰਬੇ ਸਮੇਂ ਤੋਂ ਆਪਣੇ ਨਗਰ ਵਿੱਚ ਰਹਿ ਰਿਹਾ ਹੈ। ਕਾਫੀ ਲੰਬੇ ਸਮੇਂ ਤੋਂ ਉਹ ਸੇਵਾ ਕਰ ਰਿਹਾ ਹੈ, ਲੰਗਰ ਵਿੱਚ ਆ ਕੇ ਲੱਕੜਾਂ ਦਿੰਦਾ ਹੈ, ਸੁੱਕੀਆਂ ਲੱਕੜਾਂ ਖਾਣਾ ਬਣਾਉਣ ਵਾਸਤੇ। ਗੁਰੂ ਜੀ ਦੇ ਅੰਤਰਜਾਮੀ ਗੁਰੂ ਜੀ ਸਭ ਕੁਝ ਜਾਣਦੇ ਸਨ। ਤਾਂ ਉਹ ਸਿੱਖ ਦੇ ਕਹਿਣ ਤੇ ਸਭ ਨੂੰ ਪਤਾ ਚੱਲਿਆ ਅਤੇ ਸੁੱਖਾਂ ਦੇ ਦਾਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਫਿਰ ਸਾਰੇ ਸਿੱਖਾਂ ਵਿੱਚ ਕਿਹਾ
ਕਿ ਭਾਈ ਜਾਓ ਸਿੱਖ ਨੂੰ ਲੱਭ ਕੇ ਲਿਆਵੋ, ਜਿਸ ਨੇ ਇੰਨੀ ਵੱਡੀ ਸੇਵਾ ਕੀਤੀ, ਇੰਨੀ ਘਾਲਣਾ ਘਾਲੀ ਹੈ, ਗੁਰੂ ਕੀ ਸੰਗਤ ਦੀ ਠੰਡ ਦੂਰ ਕੀਤੀ ਹੈ, ਉਹ ਵੀ ਇੰਨੀ ਸਰਦੀ ਦੇ ਮਹੀਨੇ ਵਿੱਚ ਸੁੱਕੀਆਂ ਲੱਕੜਾਂ ਦਾਨ ਕੀਤੀਆਂ ਹਨ। ਉਸ ਨੂੰ ਲੱਭ ਕੇ ਲੈ ਕੇ ਆਵੋ ਅਤੇ ਪੁੱਛੋ ਉਸ ਦਾ ਮਨੋਰਥ ਕੀ ਹੈ, ਤਾਂ ਕਿ ਬਿਨਾਂ ਕਿਸੇ ਦੇਰ ਤੋਂ ਪੂਰਾ ਕੀਤਾ ਜਾ ਸਕੇ। ਇਹ ਸੁਣ ਕੇ ਸਿੱਖ ਭਾਈ ਆਦਮ ਨੂੰ ਲੱਭਣ ਚਲੇ ਗਏ ਜਿੱਥੇ ਉਹ ਰਹਿੰਦਾ ਸੀ। ਜਾ ਕੇ ਭਾਈ ਆਦਮ ਨੂੰ ਦੱਸਿਆ ਕਿ ਗੁਰੂ ਜੀ ਤੁਹਾਡੀ ਸੇਵਾ ਤੋਂ ਪ੍ਰਸੰਨ ਹੋਏ ਹਨ ਅਤੇ ਬੁਲਾਇਆ ਹੈ ਤੁਹਾਨੂੰ, ਕੋਈ ਵੀ ਤੁਹਾਡੀ ਇੱਛਾ ਹੋਵੇ ਜਾ ਕੇ ਮੰਗ ਲਵੋ ਗੁਰੂ ਜੀ ਤੋਂ। ਇਹ ਸੁਣ ਕੇ ਭਾਈ ਆਦਮ ਜੀ ਵੀ ਨਾਲ ਆ ਗਏ ਸਿੱਖਾਂ ਦੇ। ਗੁਰੂ ਜੀ ਪਾਸ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ ਤਾਂ ਗੁਰੂ ਜੀ ਭਾਈ ਆਦਮ ਨੂੰ ਵੇਖ ਕੇ ਕਹਿਣ ਲੱਗੇ, ਸਿੱਖਾ, ਜੋ ਵੀ ਆਪਣੇ ਦਿਲ ਵਿੱਚ ਮਨੋਰਥ ਧਾਰਨ ਕਰਕੇ ਸੇਵਾ ਕੀਤੀ ਹੈ, ਉਹ ਸਾਨੂੰ ਦੱਸ ਤਾਂ ਕਿ ਉਸ ਮਨੋਰਥ ਨੂੰ ਪੂਰਾ ਕੀਤਾ ਜਾਵੇ। ਤੇਰੀ ਘਾਲ ਕਮਾਈ ਹੁਣ ਸੰਪੂਰਨ ਹੋ ਗਈ ਹੈ, ਜੋ ਕੁਝ ਵੀ ਤੂੰ ਚਾਹੁੰਦਾ ਹੈ ਉਹ ਵਰ ਮੰਗ ਲੈ। ਭਾਈ ਆਦਮ ਜੀ ਗੁਰੂ ਜੀ ਦੀ ਇਹ ਗੱਲ ਸੁਣ ਕੇ ਮੰਗਣਾ ਤਾਂ ਪੁੱਤਰ ਚਾਹੁੰਦੇ ਸਨ, ਮਨ ਵਿੱਚ ਇੱਛਾ ਤਾਂ ਇਹ ਸੀ, ਪਰ ਸਰੀਰ ਬਿਰਧ ਹੋਣ ਕਰਕੇ, ਵੱਡੀ ਉਮਰ ਹੋਣ ਕਰਕੇ ਲਾਜ ਦੇ ਮਾਰੇ ਕੁਝ ਕਹਿ ਨਾ ਸਕੇ ਗੁਰੂ ਜੀ ਦੇ ਸਾਹਮਣੇ। ਤੇ ਸੰਗਤ ਕੀ ਕਹੇਗੀ ਕਿ ਹੁਣ ਇੰਨੀ ਵੱਡੀ ਉਮਰ ਦੇ ਵਿੱਚ ਪੁੱਤਰ ਮੰਗ ਰਿਹਾ ਹੈ। ਸੋ ਇਹ ਸੋਚ ਕੇ ਸ਼ਰਮ ਦੇ ਕਾਰਨ ਕੁਝ ਬੋਲ ਨਾ ਸਕੇ। ਕਹਿਣ ਲੱਗੇ, ਹੁਣ ਇਹ ਪੁੱਤਰ ਦੀ ਦਾਤ ਮੰਗਣਾ ਉਚਿਤ ਗੱਲ ਨਹੀਂ ਹੈ। ਸਭ ਕੁਝ ਸੋਚ ਕੇ ਭਾਈ ਆਦਮ ਜੀ ਵੀ ਕਹਿਣ ਲੱਗੇ, ਮਹਾਰਾਜ ਮੈਨੂੰ ਹੋਰ ਕੋਈ ਇੱਛਾ ਨਹੀਂ, ਬਸ ਆਪਣੇ ਦਰਸ਼ਨਾਂ ਦਾ ਦਾਨ ਬਖਸ਼ੋ। ਆਪ ਜੀ ਦੀ ਇਹ ਸੋਹਣੀ ਮੂਰਤ, ਆਪ ਜੀ ਦੇ ਚਰਨ ਮੇਰੇ ਦਿਲ ਵਿੱਚ, ਮੇਰੇ ਅੱਖਾਂ ਵਿੱਚ ਵਸੇ ਰਹਿਣ, ਮੈਂ ਆਪ ਜੀ ਦੇ ਚਰਨਾਂ ਤੋਂ ਦੂਰ ਨਾ ਹੋਵਾਂ। ਤਾਂ ਅੰਤਰਜਾਮੀ ਗੁਰੂ ਰਾਮਦਾਸ ਜੀ ਕਹਿਣ ਲੱਗੇ, ਭਾਈ ਜੋ ਤੇਰੇ ਦਿਲ ਵਿੱਚ ਹੈ, ਜੋ ਤੇਰਾ ਮਨੋਰਥ ਹੈ, ਤੂੰ ਉਹ ਦੱਸਦਾ ਕਿਉਂ ਨਹੀਂ? ਜਦੋਂ ਗੁਰੂ ਤੁਹਾਡੇ ਤੇ ਖੁਸ਼ ਹੈ, ਆਪਣੀ ਇੱਛਾ ਦੱਸ ਕੇ ਆਪਣਾ ਵਰ ਪੂਰਾ ਕਰੋ। ਕਹਿਣ ਲੱਗੇ, ਭਾਈ ਗੁਰੂ ਤੇਰੇ ਤੇ ਪ੍ਰਸੰਨ ਹੈ, ਜੋ ਵੀ ਇੱਛਾ ਹੈ ਮੰਗ ਲੈ। ਪਰ ਕੀ ਮੰਗਦਾ? ਭਾਈ ਆਦਮ ਜੀ ਨੇ ਫਿਰ ਸੰਕੋਚ ਕੀਤਾ। ਉਸ ਦਿਲ ਵਿੱਚ ਸੀ ਪਰ ਮੂੰਹੋਂ ਕਹਿ ਨਹੀਂ ਸੀ ਸਕਦਾ। ਜਦੋਂ ਗੁਰੂ ਜੀ ਨੇ ਦੂਜੀ ਵਾਰ ਪੁੱਛਿਆ ਤਾਂ ਫੇਰ ਕਹਿਣ ਲੱਗਿਆ, ਮਹਾਰਾਜ ਆਪਣੇ ਦਰਸ਼ਨਾਂ ਦਾ ਦਾਨ ਬਖਸ਼ੋ। ਉਸ ਦੇ ਮਨ ਦੀ ਹਾਲਤ ਨੂੰ ਜਾਣ ਕੇ ਗੁਰੂ ਜੀ ਕਹਿਣ ਲੱਗੇ, ਭਾਈ ਤੇ ਤੋਂ ਮੰਗਿਆ ਨਹੀਂ ਜਾ ਰਿਹਾ, ਤੂੰ ਆਪਣੇ ਘਰ ਜਾ ਕੇ ਆਰਾਮ ਕਰ, ਸਵੇਰੇ ਮੰਗ ਲਈ, ਤੇਰੀ ਸੇਵਾ ਸਫਲ ਹੋਈ ਹੈ, ਗੁਰੂ ਤੇਰੀ ਮੂੰਹੋਂ ਮੰਗੀ ਮੁਰਾਦ ਪੂਰੀ ਕਰਨਗੇ। ਭਾਈ ਆਦਮ ਜੀ ਆਪਣੇ ਡੇਰੇ ਚਲੇ ਗਏ, ਪਰ ਮਨ ਵਿੱਚ ਬੜੀ ਚਿੰਤਾ। ਕਹਿਣ ਲੱਗੇ, ਗੁਰੂ ਜੀ ਨੇ ਮੌਕਾ ਦਿੱਤਾ ਸੀ, ਮੈਂ ਹੀ ਨਹੀਂ ਮੰਗ ਸਕਿਆ। ਘਰ ਆ ਕੇ ਉਸਨੇ ਇਹ ਗੱਲ ਆਪਣੀ ਪਤਨੀ ਨੂੰ ਦੱਸੀ। ਕਹਿਣ ਲੱਗਿਆ, ਗੁਰੂ ਜੀ ਮੇਰੇ ਤੇ ਪ੍ਰਸੰਨ ਹੋ ਗਏ, ਮੈਨੂੰ ਕਹਿੰਦੇ ਮੰਗ ਲੈ, ਕੀ ਮੰਗਣਾ? ਪਰ ਗੁਰੂ ਜੀ ਪਾਸੋਂ ਮੈਂ ਮੰਗ ਨਾ ਸਕਿਆ, ਮੇਰੇ ਤੋਂ ਉੱਥੇ ਬੋਲ ਨਹੀਂ ਹੋਇਆ। ਆਪਣੀ ਘਰ ਵਾਲੀ ਨੂੰ ਕਹਿਣ ਲੱਗਿਆ, ਤੇਰੀ ਮੇਰੀ ਉਮਰ ਹੁਣ ਬਹੁਤ ਵੱਡੀ ਹੋ ਗਈ ਹੈ, ਸੰਤਾਨ ਪੈਦਾ ਕਰਨ ਵਾਲੀ ਨਹੀਂ ਰਹੀ, ਲੋਕ ਕੀ ਸੋਚਣਗੇ? ਬਸ ਇਹ ਸੋਚ ਕੇ ਮੈਂ ਪੁੱਤਰ ਨਹੀਂ ਮੰਗਿਆ, ਮੈਂ ਤਾਂ ਬਸ ਇਹੀ ਮੰਗਿਆ ਕਿ ਗੁਰੂ ਜੀ ਆਪਣੇ ਦਰਸ਼ਨਾਂ ਦਾ ਵਰ ਦੇਵੋ। ਚੱਲਦੇ ਸਮੇਂ ਗੁਰੂ ਜੀ ਨੇ ਮੈਨੂੰ ਫੇਰ ਪੁੱਛਿਆ, ਪਰ ਤੀਜੀ ਵਾਰ ਕਹਿਣ ਲੱਗੇ ਕਿ ਸਵੇਰੇ ਆ ਕੇ ਜੋ ਕੁਝ ਮੰਗਣਾ ਮੰਗ ਲਵੋ। ਇੰਨਾ ਸੁਣ ਕੇ ਉਸ ਦੀ ਪਤਨੀ ਉਦਾਸ ਹੋ ਗਈ, ਪਰ ਕਹਿਣ ਲੱਗੀ, ਪੂਰਨ ਗੁਰੂ ਜੀ ਪਾਸੋਂ ਪੁੱਤਰ ਦੀ ਦਾਤ ਦੀ ਬੇਨਤੀ ਕਰੀਏ ਤਾਂ ਜ਼ਰੂਰ ਪੂਰੀ ਕਰਨਗੇ। ਉਹ ਸੁੱਕੇ ਰੁੱਖਾਂ ਨੂੰ ਹਰਾ ਕਰਨ ਵਾਲੇ ਨੇ, ਸੁੱਕੇ ਸਰੋਵਰਾਂ ਨੂੰ ਪਾਣੀ ਨਾਲ ਭਰ ਸਕਦੇ ਨੇ, ਸਰਬ ਸਮਰੱਥ ਹਨ, ਅਣਹੋਈ ਗੱਲ ਨੂੰ ਹੋਣਹਾਰ ਕਰ ਸਕਦੇ ਹਨ। ਉਹਨਾਂ ਦੇ ਮੂੰਹ ਵਿੱਚੋਂ ਨਿਕਲਿਆ ਵਾਕ ਕਦੇ ਵੀ ਖਾਲੀ ਨਹੀਂ ਜਾਂਦਾ। ਇਸ ਤਰ੍ਹਾਂ ਉਸ ਬੀਬੀ ਨੇ ਆਪਣੇ ਪਤੀ ਨੂੰ ਸਮਝਾਇਆ, ਰਾਤ ਬਤੀਤ ਕੀਤੀ। ਫਿਰ ਹੋਈ ਤਾਂ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜਿਆ ਭਾਈ ਆਦਮ ਨੂੰ ਬੁਲਾਉਣ ਵਾਸਤੇ ਕਿ ਭਾਈ ਜੇ ਹੁਣ ਤੁਸੀਂ ਸਲਾਹ ਮਸ਼ਵਰਾ ਕੋਈ ਸੋਚ ਵਿਚਾਰ ਕਰ ਲਈ ਹੋਵੇ ਤਾਂ ਜੋ ਤੁਹਾਡਾ ਵਰ ਹੈ ਉਹ ਮੰਗ ਲਵੋ। ਦੋਨੋਂ ਪਤੀ ਪਤਨੀ ਗੁਰੂ ਜੀ ਪਾਸ ਗਏ, ਬੜੇ ਪ੍ਰਸੰਨ ਚਿੱਤ ਹੋ ਕੇ ਨਮਸਕਾਰ ਕੀਤੀ, ਵੰਦਨਾ ਕੀਤੀ ਗੁਰੂ ਜੀ ਦੀ। ਗੁਰੂ ਜੀ ਨੇ ਕਿਹਾ, ਜੋ ਵਰ ਮੰਗਣਾ ਚਾਹੁੰਦੇ ਹੋ ਮੰਗੋ ਭਾਈ। ਹੱਥ ਜੋੜ ਕੇ ਪਤੀ ਪਤਨੀ ਕਹਿਣ ਲੱਗੇ, ਹੇ ਸਤਿਗੁਰੂ, ਸਾਡੀ ਅਭਿਲਾਸ਼ਾ ਇਹ ਹੈ ਕਿ ਆਪਣਾ ਬਚਨ ਕਰਕੇ ਸਾਡੇ ਘਰ ਪੁੱਤਰ ਦੀ ਦਾਤ ਬਖਸ਼ੋ, ਸਾਡੇ ਸਾਰੇ ਵੰਸ਼ ਦੇ ਜੀਵ ਤੁਹਾਡੇ ਸਿੱਖ ਹੋਣ, ਇਹ ਵੀ ਆਸ਼ੀਰਵਾਦ ਦਿਓ। ਉਹਨਾਂ ਦੀ ਇੱਛਾ ਸੁਣ ਕੇ ਸਤਿਗੁਰੂ ਨੇ ਧਿਆਨ ਲਾਇਆ, ਦੇਖਿਆ ਪਰ ਕੁਝ ਦਿਖਾਈ ਨਹੀਂ ਦਿੱਤਾ। ਕਾਫੀ ਦੇਰ ਬਾਅਦ ਗੁਰੂ ਜੀ ਕਹਿਣ ਲੱਗੇ, ਤੁਹਾਡੇ ਭਾਗ ਵਿੱਚ ਤਾਂ ਸੰਤਾਨ ਹੈ ਨਹੀਂ ਭਾਈ। ਬੜੇ ਲੰਮੇ ਸਮੇਂ ਤੱਕ ਗੁਰੂ ਜੀ ਨੇ ਵਿਚਾਰ ਕੀਤੀ, ਫਿਰ ਦੁਬਾਰਾ ਕਹਿਣ ਲੱਗੇ, ਅਸੀਂ ਚੰਗੀ ਤਰ੍ਹਾਂ ਖੋਜ ਕੀਤੀ ਹੈ, ਤੇਰੇ ਭਾਗਾਂ ਵਿੱਚ ਸੰਤਾਨ ਨਹੀਂ ਹੈ, ਪਰ ਗੁਰੂ ਮਹਾਨ ਹੈ, ਗੁਰ ਕੀ ਸੇਵਾ ਕੀਨੀ ਮਹਾਨਾ। ਤੂੰ ਗੁਰੂ ਘਰ ਦੀ ਮਹਾਨ ਸੇਵਾ ਕੀਤੀ ਹੈ, ਜਿਸ ਕਰਕੇ ਅਸੀਂ ਬਚਨ ਕੀਤਾ ਹੈ। ਗੁਰੂ ਜੀ ਕਹਿਣ ਲੱਗੇ, ਸਾਡਾ ਜੋ ਆਤਮ ਸਰੂਪ ਹੈ, ਇੱਕ ਪ੍ਰਕਾਸ਼ ਹੈ, ਉਸ ਦੀ ਕੋਈ ਰਿਜ਼ਮ ਤੇਰੇ ਘਰ ਪ੍ਰਗਟ ਹੋਵੇਗੀ, ਜਿਸ ਤੋਂ ਤੇਰੀ ਵੰਸ਼ ਵਧੇਗੀ, ਤੇਰੇ ਘਰ ਪੁੱਤਰ ਹੋਵੇਗਾ ਭਾਈ, ਉਹ ਭਗਤੀ ਸਰੂਪ ਹੋਵੇਗਾ। ਇਸ ਕਰਕੇ ਚੰਗੀ ਤਰ੍ਹਾਂ ਸਮਝ ਲਵੋ, ਉਸ ਦਾ ਨਾਂ ਭਗਤੂ ਹੀ ਰੱਖਣਾ। ਨਾਮ ਵੀ ਪਹਿਲਾਂ ਹੀ ਦੱਸ ਦਿੱਤਾ ਗੁਰੂ ਜੀ ਨੇ। ਗੁਰੂ ਜੀ ਕਹਿਣ ਲੱਗੇ, ਮੇਰੇ ਆਤਮ ਸਰੂਪ ਦੀ ਰਿਜ਼ਮ ਹੋਣ ਕਰਕੇ ਉਹ ਅਨੇਕਾਂ ਦੇਸ਼ਾਂ ਦਾ ਗੁਰੂ ਹੋਵੇਗਾ, ਰਾਜਾ ਹੋਵੇਗਾ, ਉਸ ਦੀ ਵੰਸ਼ ਵਿਸ਼ਾਲ ਫੈਲੇਗੀ, ਉਸ ਦਾ ਨਾਂ ਉੱਗਾ ਹੋਵੇਗਾ, ਜਿਸ ਨੂੰ ਸਭ ਮਨੁੱਖ ਵੇਖਣਗੇ। ਗੁਰੂ ਜੀ ਦੇ ਮੂੰਹ ਮੰਗੀ ਮੁਰਾਦ ਪੂਰੀ ਕਰਨ ਵਾਲੇ ਬਚਨ ਸੁਣ ਕੇ ਪਤੀ ਪਤਨੀ ਨੇ ਗੁਰੂ ਜੀ ਅੱਗੇ ਸਿਰ ਰੱਖ ਕੇ ਮੱਥਾ ਟੇਕਿਆ। ਗੁਰੂ ਜੀ ਤੋਂ ਆਗਿਆ ਲੈ ਕੇ ਵਰ ਪ੍ਰਾਪਤ ਕਰਕੇ ਜਾ ਕੇ ਆਪਣੇ ਥਾਂ ਤੇ ਰਹਿਣ ਲੱਗੇ। ਪਰ ਉਮਰ ਬਿਰਧ ਸੀ, ਸਰੀਰ ਗ੍ਰਸਤ ਸੀ ਬੁਢਾਪੇ ਦੇ ਨਾਲ, ਕਾਰਨ ਪਤੀ ਪਤਨੀ ਦੋਨੋਂ ਵਾਪਸ ਆਪਣੇ ਘਰ ਆ ਕੇ ਰਹਿਣ ਲੱਗੇ।
ਆਪਣੇ ਪਿੰਡ। ਸਮਾਂ ਬੀਤਿਆ ਤਾਂ 1 ਸਾਲ ਬਾਅਦ ਉਹਨਾਂ ਦੇ ਘਰ ਵੱਡੇ ਭਾਗਾਂ ਵਾਲੇ ਬਾਲਕ ਨੇ ਜਨਮ ਲਿਆ। ਪਤੀ ਪਤਨੀ ਬੜੇ ਪ੍ਰਸੰਨ ਹੋਏ, ਗੁਰੂ ਜੀ ਨੂੰ ਬੜੀ ਸ਼ਰਧਾ ਧਾਰ ਕੇ ਯਾਦ ਕਰਦੇ ਸਨ। ਭਾਈ ਆਦਮ ਦੇ ਘਰ ਜਿਸ ਪੁੱਤਰ ਨੇ ਜਨਮ ਲਿਆ ਉਸ ਦਾ ਨਾਮ ਭਗਤੂ ਰੱਖਿਆ ਗਿਆ। ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤੇ ਹੋਏ ਹਨ। ਗੁਰੂ ਘਰ ਦੇ ਵੱਡੇ ਅਨੰਨ ਸੇਵਕ ਭਾਈ ਭਗਤੂ ਜੀ। ਇਹਨਾਂ ਦੀ ਸਾਖੀ ਵੀ ਅੱਗੇ ਆਵੇਗੀ। ਉਹ ਇੰਨਾ ਕੁਝ ਕਹਿੰਦੇ ਹੋਏ ਖਿਮਾ ਦੇ ਜਾਚਕਾਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਨੂੰ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।